ਤਿੰਨ ਮੁਲਕਾਂ ਦੇ ਬਾਦਸ਼ਾਹ ਇਕੱਠੇ ਹੋਏ ਅਤੇ ਉਹਨਾਂ ਨੇ ਸਲਾਹ ਕੀਤੀ ਕਿ ਚਲੋ ਮੁਕਾਬਲਾ ਹੀ ਹੋਈਏ ਕਿ ਕਿਹੜਾ ਆਪਣੇ ਮੁਲਕ ਨੂੰ ਜ਼ਿਆਦਾ ਸੋਹਣਾ ਅਤੇ ਖੂਬਸੂਰਤ ਬਣਾਉਂਦਾ ਹੈ। ਉਹਨਾਂ ਆਖਿਆ ਜੀ ਠੀਕ ਹੈ। ਉਹਨਾਂ ਨੇ ਆਖਿਆ ਚਲੋ ਠੀਕ ਹੈ, ਅਤੇ ਇੱਕ ਵਕਤ ਮੁਕਰਰ ਕਰ ਲਿਆ ਅਤੇ ਨਾਲ ਇੱਕ ਮੁਨਸਫ ਵੀ ਮੁਕਰਰ ਕਰ ਲਿਆ। ਉਹਨਾਂ ਕਿਹਾ ਜੀ ਹੁਣ ਮੁਕਰਰਾ ਮੁੱਦਤ 'ਤੇ ਮਿਲਾਂਗੇ ਜੀ। ਉਹ ਤਿੰਨੇ ਆਪਣੇ ਮੁਲਕਾਂ ਨੂੰ ਟੁਰ ਗਏ। ਜਿਹੜਾ ਪਹਿਲਾ ਬਾਦਸ਼ਾਹ ਸੀ ਉਹਨੇ ਆਪਣੇ ਜਿਹੜਾ ਮੁਲਕ ਸੀ ਉਹਨੂੰ ਦਰਖਤਾਂ ਪੌਦੇ ਬਗੀਚੇ ਹਰ ਪਾਸੇ ਹਰਿਆਲੀ, ਉਹਨੇ ਸਾਰੇ ਵਸਾਇਲ ਜਿਹੜੇ ਨੇ ਮੁਲਕ ਨੂੰ ਖੂਬਸੂਰਤ ਕਰਨ 'ਤੇ ਫੁੱਲ ਬੂਟੇ ਅਤੇ ਬਗੀਚੇ ਦੇ ਬਣਾਉਣ 'ਤੇ ਉਹਨੇ ਸਰਫ ਕਰ ਦਿੱਤੇ। ਦੂਸਰੇ ਬਾਦਸ਼ਾਹ ਨੇ ਆਪਣੇ ਮੁਲਕ ਦੇ ਸਾਰੇ ਵਸਾਇਲ ਜਿਹੜੇ ਨੇ ਉਹ ਮਹਿਲਾਤ ਦੀ ਤਮੀਰ ਅਤੇ ਘਰ ਅਤੇ ਸਰਾਹ ਅਤੇ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਬਣਾਉਣ 'ਤੇ ਸਾਰੇ ਸਰਫ ਕਰ ਦਿੱਤੇ। ਅਤੇ ਜਿਹੜਾ ਤੀਸਰਾ ਬਾਦਸ਼ਾਹ ਸੀ ਉਹਨੇ ਆਪਣੇ ਸਾਰੇ ਵਸਾਇਲ ਜਿਹੜੇ ਨੇ ਉਹ ਆਵਾਮ ਦੀ ਫਲਾਹ ਬਹਬੂਦ ਅਤੇ ਆਵਾਮ ਦੀ ਖੁਸ਼ਹਾਲੀ ਅਤੇ ਬੇਸ਼ੱਕ ਜ਼ਿੰਦਗੀ ਦੀ ਜ਼ਰੂਰੀਆਤ ਫਰਾਹਮ ਕਰਨ 'ਤੇ ਉੱਤੇ ਸਾਰੇ ਸਰਫ ਕਰ ਦਿੱਤੇ। ਜਦੋਂ ਮੁਕਰਰਾ ਮੁੱਦਤ ਪੂਰੀ ਹੋਈ ਅਤੇ ਸਭ ਨੂੰ ਮਦਊ ਕੀਤਾ ਗਿਆ ਕਿ ਆਓ ਜੀ ਦੇਖੋ ਕਿ ਕਿਹਨੇ ਆਪਣੇ ਮੁਲਕ ਨੂੰ ਜ਼ਿਆਦਾ ਖੁਸ਼ਹਾਲ ਅਤੇ ਖੂਬਸੂਰਤ ਬਣਾਇਆ। ਜਦੋਂ ਪਹਿਲੇ ਬਾਦਸ਼ਾਹ ਦੇ ਮੁਲਕ ਦਾ ਵਿਜ਼ਿਟ ਕੀਤਾ ਗਿਆ ਅਤੇ ਦੇਖਿਆ ਉੱਥੇ ਬਗੀਚੇ ਬੜੇ ਸੋਹਣੇ ਨੇ, ਮੁਲਕ ਬੜਾ ਖੂਬਸੂਰਤ ਅਤੇ ਹਰ ਪਾਸੇ ਹਰਿਆਲੀ ਹੈ, ਲੇਕਿਨ ਜਦੋਂ ਆਵਾਮ ਦੀ ਹਾਲਤ ਦੇਖੀ ਅਤੇ ਵਿਚਾਰਿਆਂ ਦੀ ਹਾਲਤ ਬੜੀ ਮਾੜੀ ਅਤੇ ਵਿਚਾਰੇ ਗੁਰਬਤ ਨਾਲ ਬੁਰੇ ਹਾਲ ਅਤੇ ਚਿਹਰੇ ਗਮਜ਼ਦਾ ਅਤੇ ਸਿਹਤੋਂ ਵੀ ਮਾਰੇ। ਦੂਸਰੇ ਮੁਲਕ ਦੇ ਬਾਦਸ਼ਾਹ ਦਾ ਵਿਜ਼ਿਟ ਕੀਤਾ ਅਤੇ ਉਹਨਾਂ ਨੇ ਦੇਖਿਆ ਕਿ ਇਮਾਰਤਾਂ ਬੜੀਆਂ ਖੂਬਸੂਰਤ, ਮੁਲਕ ਬੜਾ ਖੂਬਸੂਰਤ ਬਣਿਆ, ਬਿਲਡਿੰਗਾਂ ਬੜੀਆਂ ਸੋਹਣੀਆਂ। ਜਦੋਂ ਉੱਥੋਂ ਦੀ ਆਵਾਮ ਨੂੰ ਦੇਖਿਆ ਅਤੇ ਉਹਨਾਂ ਦੀ ਵੀ ਹਾਲਤ ਬੜੀ ਮਾੜੀ, ਗੁਰਬਤ ਨਾਲ ਬੁਰੇ ਹਾਲ ਅਤੇ ਪਾਟੇ ਪੁਰਾਣੇ ਉਹਨਾਂ ਦੇ ਕੱਪੜੇ, ਉਹੀ ਹਾਲ ਜਿਹੜਾ ਪਹਿਲੇ ਮੁਲਕ ਦੇ ਬਾਦਸ਼ਾਹ ਦਾ, ਉਹਦਾ ਵੀ ਉਹੀ ਹਾਲ। ਜਦੋਂ ਤੀਸਰੇ ਮੁਲਕ ਦੇ ਬਾਦਸ਼ਾਹ ਦੇ ਵਿਜ਼ਿਟ ਕੀਤਾ ਅਤੇ ਉਹਨਾਂ ਦੇਖਿਆ ਕਿ ਨਾ ਉੱਥੇ ਬਗੀਚੇ ਨੇ ਅਤੇ ਨਾ ਉੱਥੇ ਬਿਲਡਿੰਗਾਂ ਨੇ, ਪਰ ਆਵਾਮ ਦੀ ਹਾਲਤ ਬੜੀ ਖੁਸ਼ਹਾਲ ਹੈ, ਚਿਹਰਿਆਂ 'ਤੇ ਰੌਣਕ ਹੈ, ਹਸ਼ਾਸ਼ ਬਸ਼ਾਸ਼ ਨੇ ਅਤੇ ਆਪਣੇ ਬਾਦਸ਼ਾਹ ਤੋਂ ਬੜੇ ਖੁਸ਼ ਨੇ। ਅਤੇ ਉਹਨਾਂ ਨੇ ਆਖਿਆ ਕਿ ਮੁਨਸਫ ਸਾਹਿਬ ਨੇ ਕਿ ਜਨਾਬ ਕਿ ਇਹ ਬਿਲਡਿੰਗਾਂ ਇਮਾਰਤਾਂ ਅਤੇ ਬਾਗ ਬਗੀਚੇ ਉਦੋਂ ਹੀ ਮਾਇਨੇ ਰੱਖਦੇ ਨੇ ਜਦੋਂ ਆਵਾਮ ਖੁਸ਼ਹਾਲ ਹੋਵੇ। ਲਿਹਾਜ਼ਾ ਜਿਹੜਾ ਇਹ ਮੁਕਾਬਲਾ ਹੈ ਇਹ ਬਾਦਸ਼ਾਹ ਜਿੱਤ ਗਿਆ ਜਿਹਨੇ ਆਪਣੀ ਆਵਾਮ ਨੂੰ ਸਾਰੇ ਵਸਾਇਲ ਜਿਹੜੇ ਨੇ ਖੁਸ਼ਹਾਲ ਕਰਨ 'ਤੇ ਲਾਤੇ ਨੇ, ਉਹਨਾਂ ਨੂੰ ਬੁਨਿਆਦੀ ਜ਼ਰੂਰਤਾਂ ਪੂਰੀਆਂ ਕੀਤੀਆਂ। ਖਾਲੀ ਇਮਾਰਤਾਂ ਅਤੇ ਬਗੀਚੇ ਕੀ ਕਰਨੇ ਨੇ ਅਗਰ ਆਵਾਮ ਹੀ ਖੁਸ਼ਹਾਲ ਨਹੀਂ ਹੈ ਅਤੇ ਅੱਲਾ ਦੇ ਬੰਦੇ ਹੋ। ਅੱਲਾਹ ਰੱਬੁਲ ਇੱਜ਼ਤ ਨੇ ਵੀ ਇਹ ਸਾਰੀ ਕਾਇਨਾਤ ਇਨਸਾਨ ਵਾਸਤੇ ਤਸਖੀਰ ਕੀਤੀ ਹੈ ਕਿ ਮੇਰੀ ਮਖਲੂਕ ਜਿਹੜੀ ਹੈ ਉਹ ਖੁਸ਼ਹਾਲ ਜ਼ਿੰਦਗੀ ਬਸਰ ਕਰੇ। ਜੇ ਉਹਨੇ ਚੰਦ ਬੰਦਿਆਂ ਨੂੰ ਕੁਦਰਤ ਦੇ ਦਿੱਤੀ ਹੈ, ਇਖਤਿਆਰ ਦੇ ਦਿੱਤਾ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਅੱਲਾ ਦੀ ਮਖਲੂਕ ਦਾ ਖਿਆਲ ਕਰਨ। ਇਹ ਬਿਲਡਿੰਗਾਂ, ਇਹ ਬਗੀਚੇ, ਇਹ ਸੋਹਣ ਪੁਣੀਆਂ, ਇਹਨਾਂ ਨੂੰ ਬਿਹਤਰ ਹੈ ਕਿ ਪਹਿਲੇ ਆਵਾਮ ਦੀ ਹਾਲਤ ਬਿਹਤਰ ਕਰਨ, ਉਹਨਾਂ ਨੂੰ ਬੁਨਿਆਦੀ ਜ਼ਰੂਰੀਅਤ ਅਤੇ ਜ਼ਿੰਦਗੀ ਫਰਾਹਮ ਕਰਨ, ਉਹਨਾਂ ਨੂੰ ਖੁਸ਼ਹਾਲ ਕਰਨ, ਉਹਨਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆ। ਵਿਚਾਰੇ ਸੜਕ 'ਤੇ ਟੁਰੇ ਪਏ ਜਾਂਦੇ ਹੁੰਦੇ ਨੇ, ਪਤਾ ਹੀ ਕੋਈ ਨਹੀਂ ਸੜਕ ਦੇ ਵਿਚਕਾਰ ਟੁਰੇ ਪਏ ਅਤੇ ਅੱਗੇ ਐਕਸੀਡੈਂਟ ਹੋਇਆ ਹੁੰਦਾ ਅਤੇ ਉਹ ਗੁਆਚਾ ਹੁੰਦਾ ਕਿ ਮੈਂ ਤਾਂ ਘਰੋਂ ਆਟਾ ਲੈਣ ਆਇਆ ਅਤੇ ਜੇਬ 'ਚ ਪੈਸੇ ਕੋਈ ਨਹੀਂ। ਅਤੇ ਅੱਲਾ ਦੇ ਬੰਦੇ ਹੋ, ਅੱਲਾ ਦੀ ਮਖਲੂਕ ਦਾ ਖਿਆਲ ਕਰੋ। ਇੱਥੇ ਸਦਾ ਨਹੀਂ ਰਹਿਣਾ, ਇਹ ਤਾਂ ਸਭ ਨੇ ਟੁਰ ਜਾਣਾ ਨਾ। ਇਹ ਪਹਿਲੇ ਬਾਦਸ਼ਾਹ ਵੀ ਨਹੀਂ ਅਤੇ ਰਹਿਣਾ ਅਸਾਂ ਵੀ ਕੋਈ ਨਹੀਂ। ਅਤੇ ਜਿੰਨਾ ਜ਼ਿੰਮੇਦਾਰੀਆਂ ਲਾਈਆਂ ਤਾਂ ਜ਼ਿੰਮੇਦਾਰੀਆਂ ਪੂਰੀਆਂ ਕਰੋ, ਨਹੀਂ ਤਾਂ ਜ਼ਿੰਮੇਦਾਰੀਆਂ ਲਈ ਦੀਆਂ ਨਹੀਂ, ਇਹਦਾ ਹਿਸਾਬ ਦੇਣਾ ਪੈਣਾ।